ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਬੱਚਿਆਂ ਦਾ ਜਿਹੜਾ ਦੁਸ਼ਮਣ ਸੀ ਉਹਨੂੰ ਉਭਾਰ ਕੇ ਸਾਹਮਣੇ ਲੈ ਆਂਦਾ। ਉਹ ਹੈਗਾ ਮੋਦੀ ਦਾ ਫਾਸ਼ੀਵਾਦੀ ਰਵੱਈਆ, ਉਹਦੀ ਖਸਰਤ। ਦੇਸੀ ਵਿਦੇਸ਼ੀ ਜਿਹੜੇ ਕਾਰਪੋਰੇਟ ਆ ਉਹ ਜਾਣੀ ਕਿ ਲੋਕਾਂ ਦੇ ਦੁਸ਼ਮਣ ਆ, ਮਜ਼ਦੂਰਾਂ ਦੇ ਵੀ ਆ, ਸਾਰਿਆਂ ਦੇ ਆ। ਕੰਟਰੈਕਟ ਫਾਰਮਿੰਗ ਵਾਲਾ ਕਾਨੂੰਨ ਉਹ ਜਦੋਂ ਜਾਣੀ ਕਿ ਵੱਡੇ ਵੱਡੇ ਕਾਰਪੋਰੇਟਾਂ ਦੇ ਹੱਥ 'ਚ ਜ਼ਮੀਨ ਆ ਗਈ, ਪੱਧਰ ਤੇ ਮਸ਼ੀਨਰੀ ਲਿਆ ਕੇ ਪਿੰਡਾਂ ਦੇ ਮਜ਼ਦੂਰਾਂ ਨੂੰ ਜਾਣੀ ਕਿ ਖੇਤੀ ਵਿੱਚੋਂ ਬਾਹਰ ਕੱਢ ਦੇਣਾ। ਜਿਹੜਾ ਜਾਣੀ ਕਿ ਐਗਰੋ ਬਿਜ਼ਨਸ ਵਾਲਾ ਸਵਾਲ ਆ ਉਹ ਵੀ ਮਜ਼ਦੂਰਾਂ ਦੇ ਖਿਲਾਫ ਬਹੁਤ ਜਾਂਦਾ। ਉਹਨੇ ਕੋਲ ਰੋਟੀ ਖੋ ਕੇ ਹੁਣ ਕਹਿਣਾ ਪੀਜ਼ਾ ਖਾਇਆ ਕਰੋ, ਰੋਟੀ ਖਾਣ ਦਾ ਅਧਿਕਾਰ ਵੀ ਜਾਣੀ ਕਿ ਖੋਲਣਾ। ਵੀ ਮੋਦੀ ਹਕੂਮਤ ਨੇ ਸਮੁੱਚੇ ਤੌਰ ਤੇ ਲੋਕਾਂ ਉੱਤੇ ਜਿਹੜਾ ਹਮਲਾ ਬੋਲਿਆ। ਦਿੱਲੀ ਦੀ ਹਕੂਮਤ ਨਹੀਂ, ਲੋਕਾਂ ਦੀ ਇਹ ਵੈਰ ਨੇ। ਲੋਕ ਹੜ ਲੈ ਜਾਊਗਾ ਹੜਾ, ਚੱਲੜੀ ਨਹੀਂ ਧੌਂਸ ਤੇਰੀ। ਜਾਗ ਗਏ ਨੇ ਲੋਕ ਸਾਰੇ, ਭਾਵੇਂ ਕਾਲੇ ਤੂੰ ਕਾਨੂੰਨ ਲੈ ਬਣਾ, ਭਾਵੇਂ ਕਾਲੇ ਤੂੰ ਕਾਨੂੰਨ ਲੈ ਬਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਿੱਕਰੀ ਬਾਰਡਰ ਤੋਂ ਇੱਕ ਵਾਰ ਫੇਰ ਦੁਬਾਰਾ ਲਾਈਵ ਹੋਏ ਆ। ਸੋ ਸਾਡੇ ਨਾਲ ਅੱਜ ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੇ ਆਗੂ ਸੁਰਿੰਦਰ ਜੀ ਨੇ। ਅਸੀਂ ਉਹਨਾਂ ਦੇ ਨਾਲ ਇਸ ਅੰਦੋਲਨ ਦੇ ਸੰਬੰਧੀ ਗੱਲਬਾਤ ਕਰਾਂਗੇ ਕਿ ਮਜ਼ਦੂਰ ਜਮਾਤ ਜਿਹੜੀ ਆ ਉਹ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੀ ਆ ਤੇ ਉਹਨਾਂ ਦੀ ਹਿੱਸੇਦਾਰੀ ਜਿਹੜੀ ਆ ਉਹ ਇਸ ਅੰਦੋਲਨ ਦੇ ਵਿੱਚ ਕਿੱਦਾਂ ਹੈਗੀ ਆ। ਸੋ ਸਭ ਤੋਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੁਰਿੰਦਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਆ ਕਿ ਇਹ ਕਿਸਾਨ ਅੰਦੋਲਨ ਦੇ ਤੌਰ ਤੇ ਇਸ ਅੰਦੋਲਨ ਨੂੰ ਵੱਧ ਉਭਾਰਿਆ ਗਿਆ ਕਿ ਸਾਰੇ ਪਾਸੇ ਇਹਨੂੰ ਇਹ ਮੰਨਿਆ ਜਾ ਰਿਹਾ ਵੀ ਅੰਦੋਲਨ ਨਿਰਾ ਇੱਕ ਨਿਰੋਲ ਕਿਸਾਨ ਅੰਦੋਲਨ ਆ। ਉਹਦੇ ਬਾਵਜੂਦ ਵੀ ਮਜ਼ਦੂਰ ਜਮਾਤ ਦੀ ਜਿਹੜੀ ਭੂਮਿਕਾ ਆ, ਤੁਸੀਂ ਆਪਣੇ ਸਾਥੀਆਂ ਨਾਲ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਆਏ ਹੋ। ਤੁਸੀਂ ਕੀ ਸਮਝਦੇ ਹੋ ਕਿ ਇਸ ਅੰਦੋਲਨ ਦੇ ਵਿੱਚ ਮਜ਼ਦੂਰ ਜਮਾਤ ਦੀ ਕੀ ਭੂਮਿਕਾ? ਦੇਖੋ ਜੀ, ਸਭ ਤੋਂ ਵੱਡਾ ਸਵਾਲ ਇਹ ਆ ਕਿ ਕੋਈ ਇਸ ਅੰਦੋਲਨ ਨੂੰ ਕਿਸ ਨਜ਼ਰੀਏ ਨਾਲ ਦੇਖਦਾ। ਜਿਹੜਾ ਮਜ਼ਦੂਰ ਜਮਾਤ ਦਾ ਨਜ਼ਰੀਆ ਹੈਗਾ ਇਹਨੂੰ ਦੇਖਣ 'ਚ, ਉਹਦੇ ਵਿੱਚ ਕੁਝ ਮਹੱਤਵਪੂਰਨ ਪੁਆਇੰਟ ਆ। ਪਹਿਲੇ ਨੰਬਰ ਤੇ ਇਹ ਆ ਵੀ ਇਸ ਕਿਸਾਨ ਅੰਦੋਲਨ ਨੇ ਜਦੋਂ ਕਿਸਾਨ ਜਥੇਬੰਦੀਆਂ 3 ਕਾਨੂੰਨਾਂ ਦੇ ਸੰਬੰਧ 'ਚ ਚੱਲੀਆਂ, ਉਹਨਾਂ ਸਾਰੇ ਭਾਰਤ ਦੇ ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਬੱਚਿਆਂ ਦਾ ਜਿਹੜਾ ਦੁਸ਼ਮਣ ਸੀ ਉਹਨੂੰ ਉਭਾਰ ਕੇ ਸਾਹਮਣੇ ਲੈ ਆਂਦਾ। ਉਹ ਹੈਗਾ ਮੋਦੀ ਦਾ ਫਾਸ਼ੀਵਾਦੀ ਰਵੱਈਆ, ਉਹਦੀ ਖਸਰਤ। ਤੇ ਦੂਜਾ ਜਾਣੀ ਕਿ ਦੇਸੀ ਵਿਦੇਸ਼ੀ ਜਿਹੜੇ ਕਾਰਪੋਰੇਟ ਆ ਉਹ ਜਾਣੀ ਕਿ ਲੋਕਾਂ ਦੇ ਦੁਸ਼ਮਣ ਆ, ਮਜ਼ਦੂਰਾਂ ਦੇ ਵੀ ਆ, ਸਾਰਿਆਂ ਦੇ ਆ। ਇਹਨੂੰ ਉਭਾਰ ਕੇ ਲੈ ਆਂਦਾ। ਇਸ ਕਰਕੇ ਅਸੀਂ ਇਹਨੂੰ ਇਸ ਰੂਪ 'ਚ ਦੇਖਦੇ ਹਾਂ ਵੀ ਇਹ ਇੱਕ ਬਹੁਤ ਵਧੀਆ ਗੱਲ ਹੋਈ ਆ। ਨੰਬਰ 2 ਤੇ ਜਿਹੜੇ ਤਿੰਨੇ ਕਾਨੂੰਨ ਆ, ਇਹ ਤਿੰਨੇ ਜਿਹੜੇ ਕਾਨੂੰਨ ਆ, ਬੇਸ਼ੱਕ ਇਹਦਾ ਨਾਂ ਖੇਤੀ, ਪਰ ਇਹ ਇਕੱਲਾ ਖੇਤੀ ਨਹੀਂ, ਇਹ ਜਿਹੜੀ ਕਿ ਸਮੁੱਚੀ ਮਨੁੱਖਤਾ ਦੇ ਕਿਵੇਂ ਖਿਲਾਫ ਆ, ਇਹ ਮਜ਼ਦੂਰਾਂ ਦੇ ਵੀ ਖਿਲਾਫ ਆ। ਅਸਲ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਭੂਮਿਕਾ ਆ ਉਹ ਤਾਂ ਬਹੁਤ ਵੱਡੀ ਆ। ਉਹ ਭੂਮਿਕਾ ਇਸ ਰੂਪ 'ਚ ਆ ਇਹ ਜਿੱਡਾ ਵੱਡਾ ਇਹ ਦੁਸ਼ਮਣ ਆ ਵੀ ਜਿੰਨਾ ਕਿਸਾਨਾਂ ਦੀ ਉਹਦੇ ਨਾਲ ਦੁਸ਼ਮਣੀ ਹੋਗੀ, ਉਦੋਂ ਵੀ ਵੱਧ ਮਜ਼ਦੂਰਾਂ ਦੀ ਦੁਸ਼ਮਣੀ ਯਾਨੀ ਕਿ ਕਾਰਪੋਰੇਟਾਂ ਦੇ ਨਾਲ। ਇਹਦੇ ਕਰਕੇ ਕਾਰਪੋਰੇਟਾਂ ਦੇ ਖਿਲਾਫ ਤੇ ਫਾਸ਼ੀਵਾਦ ਦੇ ਖਿਲਾਫ ਜਿਹੜਾ ਦਲਿਤਾਂ ਨੂੰ, ਮਜ਼ਦੂਰਾਂ ਨੂੰ, ਔਰਤਾਂ ਨੂੰ ਜਿਹੜਾ ਲੜਨ ਦਾ ਸਵਾਲ ਆ ਉਹ ਬਹੁਤ ਮਹੱਤਵਪੂਰਨ ਆ। ਪਰ ਇਹਦੇ ਵਿੱਚ ਜਿਹੜੀ ਭੂਮਿਕਾ ਦਾ ਸਵਾਲ ਆ, ਜਿਹੜੀ ਮੌਜੂਦਾ ਯਾਨੀ ਕਿ ਕਰੰਟ ਹਾਲਤ ਦੇ ਵਿੱਚ ਆ, ਸਿਚੁਏਸ਼ਨ ਦੇ ਵਿੱਚ ਆ, ਉਹ ਆ ਵੀ ਜਿਸ ਢੰਗ ਨਾਲ ਲੋਕਾਂ ਦੇ ਵਿੱਚ ਇਹ ਕਾਨੂੰਨਾਂ ਦੇ ਬਾਰੇ ਗੱਲ ਗਈ, ਉਹ ਇਸ ਰੂਪ 'ਚ ਗਈ। ਪਹਿਲੇ ਨੰਬਰ ਤੇ ਤਾਂ ਪੰਜਾਬ ਦੇ ਵਿੱਚ ਗਈ ਵੀ ਜੱਟਾਂ ਦੀ ਜ਼ਮੀਨ ਜਾਣੀ ਕਿ ਰਹਿਣੀ ਨਹੀਂ। ਉਹ ਇੱਕ ਕਾਸਟ ਵਜੋਂ ਗੱਲ ਗਈ। ਜਦੋਂ ਇਹ ਕਿਸਾਨ ਵਜੋਂ ਜਾਣ ਲੱਗੀ ਤੇ ਉਦੋਂ ਜਾਣੀ ਕਿ ਹਕੂਮਤਾਂ ਨੇ ਇਹਨੂੰ ਕਦੀ ਖਾਲਿਸਤਾਨੀ ਕਹਿ ਕੇ, ਕਦੀ ਮਾਓਵਾਦੀ ਕਹਿ ਕੇ, ਕਦੀ ਕੁਛ ਕਹਿ ਕੇ ਇਹ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਅਸਲੀਅਤ ਆ ਉਹਦੇ ਉੱਤੇ, ਉਹਦੇ ਕਰਕੇ ਕਿਸਾਨ ਜਿਹੜਾ ਮਜ਼ਦੂਰ ਸੀਗਾ ਉਹ ਭੰਬਲ ਭੁੱਸੇ 'ਚ ਲੰਮਾ ਸਮਾਂ ਪੈ ਗਿਆ ਵੀ ਇਹ ਹੈ ਕੀ ਚੀਜ਼ ਆ। ਉਹਨੂੰ ਇਹ ਗੱਲ ਦੀ ਜਾਣੀ ਕਿ ਸਮਝ ਨਹੀਂ ਲੱਗੀ। ਇੱਕ ਵੀ ਜਾਣੀ ਕਿ ਸਾਡੇ ਵਿੱਚ ਮਜ਼ਦੂਰ ਜਮਾਤ ਭਾਰਤ ਪੱਧਰ ਤੇ ਸੰਤਾਂ ਵਿੱਚ ਕੰਮ ਕਰਦੀ, ਤਾਂ ਬੇਸ਼ੱਕ ਉਹ ਖੇਤਾਂ ਵਿੱਚ ਕੰਮ ਕਰਦੀ ਆ ਜਾਂ ਜਾਣੀ ਕਿ ਹੋਰ ਜਾਣੀ ਕਿ ਸਮਾਵਾਂ ਦੇ ਖੇਤਰਾਂ ਦੇ ਵਿੱਚ ਕੰਮ ਕਰਦੀ ਆ, ਉਹ ਹਜੇ ਉਨੀ ਜਥੇਬੰਦ ਨਹੀਂ ਸੀ। ਇਹਦੇ ਕਰਕੇ ਬੇਸ਼ੱਕ ਉਹਦੀ ਭੂਮਿਕਾ ਲੇਟ, ਜਿਹੜੀ ਮੌਜੂਦਾ ਹਾਲਤ ਵਿੱਚ ਲੇਟ ਉਹ ਨਿਭਾਉਣ ਜਾਣੀ ਕਿ ਵੱਲ ਨੂੰ ਵੱਧ ਰਹੀ ਆ। ਪਰ ਇਹ ਜ਼ਰੂਰ ਆ ਵੀ ਇਹ ਲਾਜ਼ਮੀ ਜਾਣੀ ਕਿ ਸਾਡੇ ਵਿੱਚ ਨਿਭਾਊਗੀ। ਤੇ ਜਿਵੇਂ ਤੁਸੀਂ ਦੱਸਿਆ ਕਿ ਇਹ ਭੂਮਿਕਾ ਨਿਭਾਉਣ ਨਾਲ ਵੱਧ ਰਹੀ ਆ, ਪਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਤੋਂ, ਹਰਿਆਣਾ ਤੋਂ, ਯੂਪੀ ਤੋਂ ਜਾਂ ਦੇਸ਼ ਦੇ ਹੋਰ ਹਿੱਸਿਆਂ ਤੋਂ ਕਿਸਾਨਾਂ ਦੇ ਬਹੁਤ ਵੱਡੇ ਵੱਡੇ ਕਾਫਲੇ ਟਰਾਲੀਆਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਆ ਰਹੇ ਆ, ਪਰ ਹਜੇ ਤੱਕ ਮਜ਼ਦੂਰ ਜਮਾਤ ਜਿਹੜੀ ਆ ਉਸਨੇ ਇਸ ਅੰਦੋਲਨ ਨੂੰ ਆਪਣਾ ਸਮਝਣਾ ਸ਼ੁਰੂ ਨਹੀਂ ਕੀਤਾ। ਜਾਂ ਆਪਾਂ ਇਹ ਕਹਿ ਲਈਏ ਕਿ ਉਹਨਾਂ ਦਾ ਇਸ ਅੰਦੋਲਨ ਦੇ ਵਿੱਚ ਜਿਹੜੀ ਹਿੱਸੇਦਾਰੀ ਹੈ, ਪਾਰਟਿਸਿਪੇਸ਼ਨ ਹੈਗੀ ਆ, ਉਹ ਬਹੁਤ ਘੱਟ ਆ। ਉਹਦੇ ਬਾਰੇ ਤੁਸੀਂ ਕੀ ਮੰਨਦੇ ਹੋ? ਉਹਦੇ ਵਿੱਚ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ 2 ਗੱਲਾਂ ਦਾ ਵਰਣਨ ਕੀਤਾ
ਵੀ ਇੱਕ ਤਾਂ ਖੇਤੀ ਕਾਨੂੰਨਾਂ ਬਾਰੇ ਜਿਹੜੀ ਵਿਆਖਿਆ ਉਹ ਅਸਲ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਸਪਸ਼ਟ ਰੂਪ 'ਚ ਨਹੀਂ ਗਈ। ਨੰਬਰ 2 ਤੇ ਜਿਹੜਾ ਭਾਰਤ ਵਿੱਚ ਮਨੂ ਸਿਮਰਤੀ ਦਾ ਵਰਤਾਰਾ ਆ, ਉਹਨੇ ਯਾਨੀ ਕਿ ਜਿਹੜੀਆਂ ਜਾਤਾਂ ਪਾਤਾਂ ਦੇ ਤੌਰ ਤੇ ਧਰਮਾਂ ਤੌਰ ਤੇ ਯਾਨੀ ਕਿ ਜੋ ਵੰਡ ਵਖਰੇਵੇਂ ਯਾਨੀ ਕਿ ਪੈਦਾ ਕੀਤੇ ਹੋ ਆ, ਉਹਦਾ ਬਹੁਤ ਵੱਡਾ ਰੋਲ ਆ। ਤੇ ਤੀਜਾ ਹੈਗਾ ਜਿਹੜੀ ਮੈਂ ਗੱਲ ਕੀਤੀ ਵੀ ਮਜ਼ਦੂਰ ਜਮਾਤ ਇੱਕ ਜਮਾਤ ਵਜੋਂ ਜਿਸ ਪੱਧਰ ਤੇ ਉਹ ਜਥੇਬੰਦ ਹੋਣੀ ਚਾਹੀਦੀ ਸੀ ਉਹ ਜਥੇਬੰਦ ਨਹੀਂ ਹੈਗੀ। ਇਹਨਾਂ ਗੱਲਾਂ ਕਰਕੇ ਵੀ ਉਹ ਹਜੇ ਪਿੱਛੇ ਯਾਨੀ ਕਿ ਉਹ ਭੂਮਿਕਾ ਯਾਨੀ ਕਿ ਨਿਭਾਉਣ ਦੇ ਵਿੱਚ ਪਿੱਛੇ ਆ। ਇਹਦੇ ਵਿੱਚ ਮੈਂ ਤੁਹਾਡੇ ਨਾਲ ਇੰਨੀ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ, ਉਹ ਕੀ ਆ ਵੀ ਖਾਸ ਕਰਕੇ ਜਿਹੜੇ ਇਹ ਕਾਨੂੰਨ ਆ, ਉਹ ਜੇ ਸਰਕਾਰੀ ਮੰਡੀ ਟੁੱਟਦੀ ਆ ਤੇ ਪ੍ਰਾਈਵੇਟ ਮੰਡੀ ਆਉਂਦੀ ਆ, ਇਹ ਸਪਸ਼ਟ ਰੂਪ 'ਚ ਆ ਜਿਹੜੇ ਮੰਡੀ ਵਿੱਚ ਮਜ਼ਦੂਰ ਕੰਮ ਕਰਦੇ ਆ ਉਹ ਸਾਡੇ ਬੱਚੇ ਵੀ ਆ, ਸਾਡੀਆਂ ਧੀਆਂ ਵੀ ਆ, ਸਾਡੀਆਂ ਭੈਣਾਂ ਵੀ ਆ ਤੇ ਸਾਡੇ ਮਜ਼ਦੂਰ ਭਾਈ ਵੀ ਆ। ਉਹ ਸਾਰੇ ਕਿਸਾਨਾਂ ਨਾਲੋਂ ਵੀ ਪਹਿਲਾਂ ਨਹੀਂ ਕਿ ਅਸਲ ਦੇ ਵਿੱਚ ਉਹਨਾਂ ਦਾ ਰੋਜੀ ਰੋਟੀ ਦਾ ਕਿੱਤਾ ਉਹ ਜਾਂਦਾ ਲੱਗੂਗਾ। ਨੰਬਰ 2 ਤੇ ਜਿਹੜਾ ਯਾਨੀ ਕਿ ਕਾਨੂੰਨ ਹੈਗਾ ਦੂਜਾ ਕੰਟਰੈਕਟ ਫਾਰਮਿੰਗ ਵਾਲਾ ਕਾਨੂੰਨ, ਉਹ ਜਦੋਂ ਯਾਨੀ ਕਿ ਵੱਡੇ ਵੱਡੇ ਕਾਰਪੋਰੇਟਾਂ ਦੇ ਹੱਥ 'ਚ ਜ਼ਮੀਨ ਆ ਗਈ, ਪੱਧਰ ਤੇ ਮਸ਼ੀਨਰੀ ਲਿਆ ਕੇ ਪਿੰਡਾਂ ਦੇ ਮਜ਼ਦੂਰਾਂ ਨੂੰ ਯਾਨੀ ਕਿ ਖੇਤੀ ਵਿੱਚੋਂ ਬਾਹਰ ਕੱਢ ਦੇਣਾ। ਉਦੋਂ ਵੀ ਕਹਾਂ ਜਦੋਂ ਯਾਨੀ ਕਿ ਕਿਉਂਕਿ ਦੇਸੀ ਵਿਦੇਸ਼ੀ ਯਾਨੀ ਕਿ ਕਾਰਪੋਰੇਟਾਂ ਦਾ ਯਾਨੀ ਕਿ ਸਵਾਲ ਆ, ਤੇ ਜਦੋਂ ਵੱਡੀ ਪੱਧਰ ਤੇ ਸੰਸਾਰ ਦਾ ਸਾਮਰਾਜਵਾਦ ਨੇ ਇਹਦੇ ਵਿੱਚ ਦਖਲਅੰਦਾਜ਼ੀ ਪੂਰੀ ਕਰਨੀ ਹੈ ਤਾਂ ਉਹਦੇ ਮੁਤਾਬਕ ਇਹ ਕਾਨੂੰਨ ਪਾਸ ਹੋਏ ਆ। ਉਹਨੇ ਇੱਥੋਂ ਤੱਕ ਜਾਣਾ ਕਿ ਅਮਰੀਕਾ ਦੇ ਵਿੱਚ ਜਿਹੜੀ ਚੀਜ਼ ਪੈਦਾ ਹੁੰਦੀ ਆ ਵੀ ਲੋਕੋ ਉਹ ਖਾਓ, ਪੰਜਾਬ ਦੀ ਖੇਤੀ ਨੂੰ ਉਹਨੂੰ ਆਪਣੇ ਹਿੱਤਾਂ ਦੇ ਮੁਤਾਬਕ ਸੈੱਟ ਕਰਨਾ। ਇਦੋਂ ਵੀ ਕਹਾਂ ਜਿਹੜਾ ਯਾਨੀ ਕਿ ਐਗਰੋ ਬਿਜ਼ਨਸ ਵਾਲਾ ਸਵਾਲ ਆ ਉਹ ਵੀ ਮਜ਼ਦੂਰਾਂ ਦੇ ਖਿਲਾਫ ਬਹੁਤ ਜਾਂਦਾ। ਉਹਨੇ ਕੋਲ ਰੋਟੀ ਖੋ ਕੇ ਹੁਣ ਕਹਿਣਾ ਪੀਜ਼ਾ ਖਾਇਆ ਕਰੋ, ਰੋਟੀ ਖਾਣ ਦਾ ਅਧਿਕਾਰ ਵੀ ਯਾਨੀ ਕਿ ਖੋਲ੍ਹਣਾ। ਉਸ ਤੋਂ ਵੀ ਕਹਾਂ ਜਿਹੜੀ ਖੁੱਲੀ ਮੰਡੀ ਦਾ ਸਿਧਾਂਤ ਆ ਇਹ ਤਾਂ ਮਜ਼ਦੂਰਾਂ ਦੇ ਇੰਨਾ ਖਿਲਾਫ ਆ ਕੋਈ ਕਹਿਣ ਦੀ ਹੱਦ ਨਹੀਂ। ਯਾਨੀ ਕਿ ਖੁੱਲੀ ਮੰਡੀ ਦੇ ਸਵਾਲ ਦੇ ਤਹਿਤ ਹੀ ਅੱਜ ਜਿਵੇਂ ਯਾਨੀ ਕਿ 4 ਰੁਪਏ ਕਿਲੋ ਜਿਹੜੇ ਆਲੂ ਸੀਗੇ ਉਹ 40 ਰੁਪਏ ਕਿਲੋ ਮਿਲੇ ਆ, ਤੇ ਜਿੱਦਣ ਇਹ ਕਾਨੂੰਨ ਲਾਗੂ ਹੋ ਗਏ ਮੇਰੇ ਮਜ਼ਦੂਰ ਦੋਸਤੋ, ਇਹ ਤੁਹਾਨੂੰ ਕਿਸਾਨਾਂ ਕੋਲੋਂ 1 ਰੁਪਈਆ ਲੈ ਕੇ ਤੁਹਾਨੂੰ 100 ਰੁਪਏ ਨੂੰ ਮਿਲਿਆ ਕਰਨੇ। ਯਾਨੀ ਕਿ ਇਸ ਕਰਕੇ ਇਹ ਚਾਰੇ ਪਾਸੇ ਯਾਨੀ ਕਿ ਮਜ਼ਦੂਰ ਦੇ ਯਾਨੀ ਕਿ ਇਹ ਖਿਲਾਫ ਆ। ਤੇ ਜਿਹੜਾ ਤੀਜਾ ਕਾਨੂੰਨ ਜਿਹੜੇ ਵੱਡੇ ਵੱਡੇ ਸੈਲੋ ਯਾਨੀ ਕਿ ਭਾਰਤ ਦੇ ਵਿੱਚ ਜਮਾਖੋਰੀ ਨੂੰ ਯਾਨੀ ਕਿ ਸਾਡੇ ਵਿੱਚ ਬੜਾਵਾ ਦੇਣ ਲਈ ਉਹ ਬਣੇ ਆ, ਤੇ ਉਹ ਇਕੱਲਾ ਪੰਜਾਬ ਤੋਂ ਲੈ ਕੇ ਸਾਰੇ ਸਮੁੰਦਰਾਂ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ। ਜਿਹੜੇ ਰਸਤੇ ਆ ਉਹਨਾਂ ਦੇ ਉੱਤੇ ਵੀ ਕਬਜ਼ਾ ਕਰ ਲਿਆ ਤਾਂ ਕਿ ਉਹ ਦੁਨੀਆ ਪੱਧਰ ਤੇ ਲੁੱਟ ਖਸੁੱਟ ਦਾ ਯਾਨੀ ਕਿ ਥਾਂ ਬਣ ਸਕੇ। ਉਹ ਜ਼ਖੀਰੇਬਾਜ਼ੀ ਇਸ ਰੂਪ 'ਚ ਚੱਲਣੀ ਆ ਤੇ ਚੀਜ਼ ਸਾਡੇ ਪੰਜਾਬ ਵਿੱਚ ਹੁੰਦਿਆਂ ਹੋਇਆਂ ਵੀ, ਸਾਡੇ ਭਾਰਤ ਕੋਲ ਹੁੰਦਿਆਂ ਹੋਇਆਂ ਵੀ, ਪਰ ਉਹ ਭਾਰਤ ਦੇ ਹੱਥਾਂ 'ਚ ਨਹੀਂ ਹੋਣੀ, ਉਹ ਕਾਰਪੋਰੇਟਾਂ ਦੇ ਹੱਥਾਂ 'ਚ ਹੋਣੀ ਆ। ਤੇ ਕਾਰਪੋਰੇਟਾਂ ਨੇ ਉਹ ਜਿਹੜੀ ਚੀਜ਼ ਆ ਉਹ ਲੋਕਾਂ ਨੂੰ ਬਹੁਤ ਮਹਿੰਗੀ ਤੋਂ ਮਹਿੰਗੀ ਕਰਕੇ ਵੇਚਣਗੇ। ਬੇਸ਼ੱਕ ਉਹ ਗਲਤਾ ਜਾਵੇ ਚੀਜ਼, ਪਰ ਉਹ ਲੋਕਾਂ ਦੇ ਮੂੰਹ 'ਚ ਉਹ ਨਹੀਂ ਪਾਉਣਗੇ। ਭੁੱਖਮਰੀ ਵੀ ਸਾਡੇ ਦੇਸ਼ ਵਿੱਚ ਅਨਾਜ ਹੁੰਦਾ ਹੋਇਆ ਭੁੱਖਮਰੀ ਵੀ ਫੈਲ ਸਕਦੀ ਹੈ। ਦੂਸਰਾ ਦੇਖੋ, ਜਿੰਨਾ ਤੁਸੀਂ ਦੱਸਿਆ ਕਿ ਇਹਨਾਂ ਕਾਨੂੰਨਾਂ ਦੇ ਪਾਸ ਹੋਣ ਨਾਲ ਮਜ਼ਦੂਰ ਜਮਾਤ ਦੇ ਉੱਪਰ, ਉਹਨਾਂ ਦੀ ਰੋਜੀ ਰੋਟੀ ਦੇ ਉੱਪਰ, ਉਹਨਾਂ ਦੇ ਪੇਟ ਦੇ ਉੱਪਰ ਬਹੁਤ ਵੱਡੀ ਸੱਟ ਵੱਜਣੀ ਆ, ਪਰ ਫਿਰ ਵੀ ਜਿਹੜਾ ਉਹਨਾਂ ਦੇ ਵਿੱਚ ਇਹਨਾਂ ਕਾਨੂੰਨਾਂ ਪ੍ਰਤੀ ਗੁੱਸਾ ਨਾ ਹੋਣਾ, ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਵੀ ਜਿਹੜਾ ਸਾਡੀ ਮਜ਼ਦੂਰ ਜਮਾਤ ਆ ਉਹ ਜਮਾਤ ਨਾਲੋਂ ਵੱਧ ਜਾਤੀ ਤੌਰ ਤੇ ਵੰਡੀ ਹੋਈ ਆ। ਦੇਖੋ ਜੀ, ਮੈਂ ਕਿਸਾਨਾਂ ਦੇ ਵਿੱਚ ਵੀ ਗਿਆ, ਮੈਂ ਕਿਸਾਨਾਂ ਦੀਆਂ ਵੀ ਮੀਟਿੰਗਾਂ ਕਰਾਉਣ ਦੀ ਸਦਾ ਕੋਸ਼ਿਸ਼ ਕੀਤੀ ਆ। ਉਹਦੇ ਵਿੱਚ ਵੀ ਮੈਂ ਗੱਲ ਕੀਤੀ ਆ ਵੀ ਤੁਸੀਂ ਰਵੀਦਾਸ ਨੂੰ ਨਾ ਭੁੱਲੋ, ਤੁਸੀਂ ਕਬੀਰ ਨੂੰ ਨਾ ਭੁੱਲੋ, ਤੁਸੀਂ ਗੁਰੂ ਨਾਨਕ ਦੇਵ ਜੀ ਨਾ ਭੁੱਲੋ, ਜਿਨ੍ਹਾਂ ਨੇ ਜਾਤਾਂ ਪਾਤਾਂ ਦੇ ਖਿਲਾਫ ਯਾਨੀ ਕਿ ਸੰਘਰਸ਼ ਕੀਤਾ ਸੀਗਾ। ਤੇ ਅੱਜ ਜੇ ਪਿੰਡਾਂ ਦੇ ਵਿੱਚ ਸਾਡੇ ਯਾਨੀ ਕਿ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣੇ ਆ, ਜੇ ਯਾਨੀ ਕਿ ਜਾਤਾਂ ਦੇ ਆਧਾਰ ਤੇ ਅਸੀਂ 5 ਪਿਆਰਿਆਂ ਨੂੰ ਵੰਡਦੇ ਆ, ਜੇ ਅਸੀਂ ਭਾਈ ਜੀਵਨ ਸਿੰਘ ਨੂੰ ਵੀ ਯਾਨੀ ਕਿ ਜਾਤਾਂ ਦੇ ਤੌਰ ਤੇ ਯਾਨੀ ਕਿ ਦੇਖਦੇ ਆ, ਤੇ ਇਹ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੋਂ ਬਿਲਕੁਲ ਉਲਟਾ। ਇਹ ਮਨੂ ਸਿਮਰਤੀ ਆ। ਮਨੂ ਸਿਮਰਤੀ ਸਾਡੇ ਯਾਨੀ ਕਿ ਦਿਲਾਂ 'ਚ ਅਜੇ ਤੁਰੀ ਫਿਰਦੀ ਆ। ਸਾਨੂੰ ਉਹਦੇ ਖਿਲਾਫ ਲੜਾਈ ਦੇਣੀ ਚਾਹੀਦੀ ਆ। ਜੇ ਉਹਨੇ ਐਵੇਂ ਨਹੀਂ ਯਾਨੀ ਕਿ 5 ਪਿਆਰੇ ਯਾਨੀ ਕਿ ਸਾਡੇ ਵਿੱਚ ਸਿਰਜੇ ਸੀਗੇ, ਤੇ ਅੱਜ ਵੀ ਸਾਨੂੰ ਯਾਨੀ ਕਿ ਸਾਡੇ ਵਿੱਚ ਆਪਣੀ ਜਿਹੜੀ ਫੌਜ ਆ ਉਹਨੂੰ ਜਾਤਾਂ ਪਾਤਾਂ ਦੀ ਬਜਾਏ ਸਾਨੂੰ ਕਿਰਤ ਦੇ ਆਧਾਰ ਤੇ ਯਾਨੀ ਕਿ ਦੇਖਦੇ ਹੋਏ ਕਾਰਪੋਰੇਟਾਂ ਦੇ ਖਿਲਾਫ ਸਾਰੇ ਮਜ਼ਦੂਰਾਂ ਯਾਨੀ ਕਿ ਕਿਸਾਨਾਂ ਨੂੰ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਲੜਨਾ ਚਾਹੀਦਾ, ਨਹੀਂ ਤਾਂ ਸਾਡੀ ਹਾਰ ਦਾ ਵੱਡਾ ਕਾਰਨ ਬਣ ਜਾਊਗਾ।
ਤੇ ਜਿਵੇਂ ਤੁਸੀਂ ਦੱਸਿਆ ਤੇ ਕਿਤੇ ਨਾ ਕਿਤੇ ਜਿਵੇਂ ਅਸੀਂ 3 ਕਾਲੇ ਕਾਨੂੰਨਾਂ ਨੂੰ, ਹੋਰ ਪਰਾਲੀ ਵਾਲੇ ਕਾਨੂੰਨ ਨੂੰ ਜਾਂ ਬਿਜਲੀ ਐਕਟ 2020 ਨੂੰ ਰੱਦ ਕਰਾਉਣ ਦੀ ਗੱਲ ਕਰਦੇ ਆ, ਇਸੇ ਤਰ੍ਹਾਂ ਇਸ ਅੰਦੋਲਨ ਦੇ ਨਾਲ ਇਹ ਮੰਗ ਵੀ ਹੋਣੀ ਚਾਹੀਦੀ ਆ ਕਿ ਜਿਹੜਾ ਲੇਬਰ ਐਕਟ 2020 ਬਣਿਆ ਹੈਗਾ ਆ, ਕੀ ਇਸ ਮੰਗ ਦਾ ਇਸ ਅੰਦੋਲਨ ਦੇ ਨਾਲ ਜੁੜਨਾ ਤੁਸੀਂ ਕੀ ਸਮਝਦੇ ਹੋ ਕਿ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਦੇਖੋ, ਮੇਰੇ ਹਿਸਾਬ ਦੇ ਨਾਲ ਇਹ ਆ ਵੀ ਮੋਦੀ ਹਕੂਮਤ ਨੇ ਸਮੁੱਚੇ ਤੌਰ ਤੇ ਲੋਕਾਂ ਉੱਤੇ ਜਿਹੜਾ ਹਮਲਾ ਬੋਲਿਆ, ਉਹ ਇੱਕ ਕਾਨੂੰਨ ਰਾਹੀਂ ਨਹੀਂ ਬੋਲਿਆ। ਉਹ ਯਾਨੀ ਕਿ ਜਿਹੜਾ ਵਿਦਿਆ ਦੇ ਸੰਬੰਧ ਵਿੱਚ ਕਾਨੂੰਨ ਵੀ ਬਣਾਇਆ, ਜਿਹੜਾ 370 ਧਾਰਾ ਵਾਲਾ ਵੀ ਯਾਨੀ ਕਿ ਸਾਡੇ ਵਿੱਚ ਉਹਨੂੰ ਤੋੜਨ ਦਾ ਗੱਲ ਕੀਤੀ ਸੀ। ਹੋਰ ਵੀ ਜਿੰਨੇ ਕਾਨੂੰਨ ਬਣਾਏ ਆ, ਉਹ ਸਮੁੱਚੇ ਤੌਰ ਤੇ ਲੋਕਾਂ ਉੱਤੇ ਹਮਲਾ ਆ। ਤੁਸੀਂ ਦੇਖੋਗੇ 30 ਕਾਨੂੰਨਾਂ ਤੋਂ ਬਾਅਦ ਲੇਬਰ ਯਾਨੀ ਕਿ ਜਿਹੜੇ ਕਾਨੂੰਨ ਸੀ ਉਹਨਾਂ ਵਿੱਚ ਯਾਨੀ ਕਿ ਸੋਧ ਕਰਤੀ। ਉਹ ਵੀ ਜਿਹੜੇ ਲੇਬਰ ਕਾਨੂੰਨ ਆ ਉਹ ਕੱਲੇ ਯਾਨੀ ਕਿ ਸਾਡੇ ਵਿੱਚ ਮਜ਼ਦੂਰਾਂ ਦੇ ਖਿਲਾਫ ਨਹੀਂ, ਸਗੋਂ ਕਿ ਉਹ ਜਿਹੜੇ ਲੇਬਰ ਕਾਨੂੰਨ ਆ ਉਹ ਜਿਹੜੇ ਅੱਜ ਦੇ ਕਿਸਾਨ ਆ ਜਿਨ੍ਹਾਂ ਨੂੰ ਕੱਲ ਦੇ ਮਜ਼ਦੂਰ ਬਣਾਇਆ ਜਾਣਾ, ਉਹਨਾਂ ਦੇ ਵੀ ਖਿਲਾਫ ਆ। ਇਹ ਮੈਂ ਤੁਹਾਨੂੰ ਯਾਨੀ ਕਿ ਵਾਰਨਿੰਗ ਦੇਣਾ ਚਾਹੁੰਦਾ ਕਿ ਜੇ ਤੁਸੀਂ ਸ਼ਹਿਰ 'ਚ ਦੇਖੋ ਜਿਹੜੀਆਂ ਝੁੱਗੀਆਂ ਬਣੀਆਂ ਆ, ਉਹ ਕੱਲ ਦੇ ਪਿੰਡਾਂ ਦੇ ਵਿੱਚ ਬਸਣ ਵਾਲੇ ਲੋਕ ਸੀ, ਉਹ ਵੀ ਕਿਸੇ ਨਾਲ ਯਾਨੀ ਕਿ ਕਈ ਖੇਤੀ ਉਹਦੇ ਵਿੱਚੋਂ ਕਰਦੇ ਸੀ। ਅੱਜ ਉਹਨਾਂ ਨੇ ਜਿਹੜੀਆਂ ਝੁੱਗੀਆਂ ਪਾਈਆਂ ਉਹਦੇ ਵਿੱਚ ਵੀ ਇੱਕ ਸਸਤੀ ਲੇਬਰ ਜਿਹੜੀ ਆ ਉਹ ਭਾਰਤ ਵਿੱਚ ਪੈਦਾ ਕਰਨ ਲਈ ਇਹਨਾਂ ਨੇ ਸਭ ਕੁਝ ਕੀਤਾ। ਤੇ ਉਹਦੇ ਤੌਰ ਤੇ ਵੀ ਉਹਨਾਂ ਨੇ ਜਿਹੜੇ ਲੇਬਰ ਕਾਨੂੰਨ ਦੇ ਵਿੱਚ ਸੋਧਾਂ ਕੀਤੀਆਂ, ਉਹਦੀਆਂ ਮੈਂ ਤੁਹਾਨੂੰ ਇੱਕ ਅੱਧੀ ਉਦਾਹਰਨ ਯਾਨੀ ਕਿ ਦਿੰਦਾ, ਤੁਸੀਂ ਯਾਨੀ ਕਿ ਉਸ ਗੱਲ ਨੂੰ ਸਮਝ ਲਓਗੇ। ਉਹਨਾਂ ਨੇ ਬਾਲ ਮਜ਼ਦੂਰੀ ਜਿਹੜੀ ਵੱਡੀ ਪੱਧਰ ਤੇ ਸਾਡੇ ਬੱਚਿਆਂ ਕੋਲੋਂ ਕਰਾਉਣ ਦੇ ਲਈ ਇੱਕ ਪਾਸੇ ਪ੍ਰਾਈਵੇਟ ਵਿੱਦਿਆ ਕਰਕੇ ਉਹਨਾਂ ਦਾ ਵਿੱਦਿਆ ਵਾਲਾ ਰਸਤਾ ਬੰਦ ਕਰਤਾ, ਦੂਜੇ ਪਾਸੇ ਬਾਲ ਮਜ਼ਦੂਰੀ ਵਾਲਾ ਰਸਤਾ ਖੋਲ੍ਹ ਦਿੱਤਾ। ਇਵੇਂ ਉਹਨਾਂ ਨੇ ਪਹਿਲਾਂ ਔਰਤ ਜਾਤੀ ਦੇ ਪ੍ਰਸੰਗ 'ਚ ਇਹ ਸੀ ਵੀ ਉਹ 9 ਵਜੇ ਤੋਂ ਲੈ ਕੇ 5 ਵਜੇ ਤੱਕ ਕੰਮ ਕਰੂਗੀ। ਇਹ ਨਹੀਂ ਮੈਂ ਕਹਿੰਦਾ ਵੀ ਅਸਲ ਦੇ ਵਿੱਚ ਰਾਤ ਦਿਨ ਯਾਨੀ ਕਿ ਉਹਦੀ ਆਜ਼ਾਦੀ ਯਾਨੀ ਕਿ ਅਸਲ ਵਿੱਚ ਹੋਣੀ ਚਾਹੀਦੀ ਆ, ਪਰ ਇਹਨਾਂ ਨੇ ਯਾਨੀ ਕਿ ਜਿਹੜਾ ਇਸ ਗੱਲ ਲਈ ਯਾਨੀ ਕਿ ਦਰਵਾਜ਼ੇ ਖੋਲ੍ਹੇ ਆ, ਉਹਦੇ ਪਿੱਛੇ ਉਹਨਾਂ ਦੀ ਇਹ ਗੱਲ ਆ ਵੀ ਸਸਤੀ ਲੇਬਰ ਔਰਤ ਦੀ ਕਿਵੇਂ ਲੁੱਟੀ ਜਾਵੇ, ਤਾਂ ਉਹਨਾਂ ਨੂੰ ਯਾਨੀ ਕਿ ਰਾਤ ਦੀ ਯਾਨੀ ਕਿ ਸ਼ਿਫਟ ਦਾ ਅਧਿਕਾਰ ਦਿੱਤਾ, ਨਾ ਕਿ ਅਸਲ ਦੇ ਵਿੱਚ ਉਹਦੀ ਆਜ਼ਾਦੀ ਲਈ। ਤੇ ਜਿਹੜੇ ਅੱਜ ਆਪਣੀਆਂ ਇੱਜ਼ਤਾਂ ਦੇ ਮਾਣ ਕਰਨ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਭਲਕ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕੱਲ ਦੇ ਸਾਡਾ ਭਵਿੱਖ ਕੱਲ ਦਾ ਇਹ ਆ ਵੀ ਅਸਲ ਦੇ ਵਿੱਚ ਸਾਡੀਆਂ ਧੀਆਂ ਭੈਣਾਂ, ਸਾਡੇ ਬੱਚੇ ਜਿਹੜੇ ਆ ਉਹ ਕੁੱਲੀਆਂ ਵਾਲੇ ਬਣਾਏ ਜਾਣੇ ਆ, ਉਹ ਮਜ਼ਦੂਰ ਬਣਾਏ ਜਾਣੇ ਆ। ਪਰ ਇਹ ਜਾਣੀ ਕਿ ਜਿਹੜੇ ਸਾਰੇ ਲੇਬਰ ਕਾਨੂੰਨ ਆ, ਇਹ ਮਨੁੱਖ ਨੂੰ ਬੰਧੂਆ ਮਜ਼ਦੂਰ ਦੇ ਤੌਰ ਤੇ ਜਾਣੀ ਕਿ ਲਿਆਉਂਦੇ ਆ, ਸਸਤੀ ਲੁੱਟ ਕਰਨ ਲਈ ਉਹਨਾਂ ਦੇ ਟੋਟਲ ਮਨੁੱਖਤਾ ਵਾਲੇ ਅਧਿਕਾਰਾਂ ਨੂੰ ਖੋਹਣਾ। ਅਸੀਂ ਇਹਦੇ ਵਿਰੋਧੀ ਆ, ਕਿਰਤ ਦਾ ਅਸੀਂ ਸਨਮਾਨ ਕਰਦੇ ਹਾਂ। ਇਹਦੇ ਵਿੱਚ ਜਿਵੇਂ ਅਸੀਂ ਕਈ ਵਾਰ ਆਮ ਗੱਲਾਂ ਬਾਤਾਂ ਦੇ ਵਿੱਚ ਸੱਥਾਂ ਦੇ ਵਿੱਚ ਸੁਣਦੇ ਵੀ ਹਾਂ ਕਿ ਜਿਹੜੇ ਬਿਹਾਰ ਤੋਂ ਜਾਂ ਹੋਰ ਪ੍ਰਦੇਸ਼ਾਂ ਤੋਂ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬ ਦੇ ਵਿੱਚ ਲੇਬਰ ਕਰਦੇ ਸਾਡੇ ਖੇਤਾਂ 'ਚ, ਵੀ ਉਹਨਾਂ ਦੇ ਕੋਲ ਵੀ 5-5 4-4 ਕਿੱਲੇ ਜ਼ਮੀਨ ਹੈਗੀ ਉੱਥੇ, ਤੇ ਉਹ ਇੱਥੇ ਆ ਕੇ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਖੇਤਾਂ 'ਚ ਕਦੇ ਗੰਨੇ ਛਿੱਲਣ ਦਾ ਜਾਂ ਕਦੇ ਗੋਡੀਆਂ ਕਰਨ ਦਾ ਜਾਂ ਹੋਰ ਕੰਮ ਕਰਦੇ ਹੈਗੇ ਆ। ਸੋ ਕੀ ਜਿੱਦਾਂ ਉੱਥੇ ਜਿਵੇਂ ਮੰਡੀਆਂ ਨੂੰ ਖਤਮ ਕੀਤਾ ਗਿਆ ਸੀ, ਇਹ ਕਾਨੂੰਨ ਪਹਿਲਾਂ ਉੱਥੇ ਲਾਗੂ ਹੋ ਚੁੱਕੇ ਆ, ਇਸੇ ਪ੍ਰਕਾਰ ਤੁਸੀਂ ਪੰਜਾਬ ਦੇ ਫਿਊਚਰ ਨੂੰ ਵੀ ਦੇਖਦੇ ਆ? ਕੋਈ ਸ਼ੱਕ ਨਹੀਂ ਕਿ ਲੇਖ ਵੱਡੀ ਪੱਧਰ ਤੇ ਇਸ ਕਰਕੇ ਯਾਨੀ ਕਿ ਛਾਪਣੇ ਪੈ ਗਏ, ਕਿਉਂਕਿ ਇਹਨਾਂ ਨੇ ਗੱਲ ਕੀਤੀ ਸੀ ਵੀ ਬਿਹਾਰ ਮਾਡਲ। ਜਦੋਂ ਬਿਹਾਰ ਮਾਡਲ ਦੀ ਜਿਹੜੀ ਪੜਚੋਲ ਕਰਨੀ ਸ਼ੁਰੂ ਕੀਤੀ, ਉਹਦੀ ਖਸਲ ਪਛਾਣਨੀ ਸ਼ੁਰੂ ਕੀਤੀ, ਉਹ ਇੱਕੋ ਹੀ ਗੱਲ ਸੀਗੀ ਕਿ ਉਹਨਾਂ ਦੇ ਕਿਸਾਨਾਂ ਕੋਲੋਂ ਮਾਰਕੀਟ ਜਿਹੜੀ ਆ ਉਹ ਅਸਲ ਦੇ ਵਿੱਚ ਸਰਕਾਰੀ ਮਾਰਕੀਟ ਖੋਲ੍ਹੀ ਗਈ। ਉਹਨਾਂ ਕੋਲੋਂ ਉਹਨਾਂ ਦੀ ਜਿਹੜਾ ਕਿਰਤ ਦਾ ਮੁੱਲ ਸੀ ਉਹ ਖੋਲ੍ਹਿਆ ਗਿਆ, ਜਿਹੜਾ ਉਹਨਾਂ ਦੀ ਅਨਾਜ ਫਸਲ ਦਾ ਮੁੱਲ ਸੀ ਉਹ ਖੋਲ੍ਹਿਆ ਗਿਆ। ਉਹਦੇ ਕਰਕੇ ਹੀ ਉਹਨਾਂ ਦੀ ਫਸਲ ਦਾ ਜਿਹੜਾ ਮੁੱਲ ਸੀ, ਜੇ 2000 ਰੁਪਈਆ ਤੇ ਉਹਨਾਂ ਨੂੰ ਅੱਜ ਯਾਨੀ ਕਿ 900 ਰੁਪਈਆ ਵੀ ਨਹੀਂ ਮਿਲਦਾ। ਉਦੋਂ ਵੀ ਗਾਹਾਂ ਇੱਥੇ ਯਾਨੀ ਕਿ ਪਿੰਡਾਂ ਦੇ ਮਜ਼ਦੂਰ ਯਾਨੀ ਕਿ ਬਿਹਾਰ ਦੇ ਆਏ ਸੀ, ਉਹਨਾਂ ਨੇ ਯਾਨੀ ਕਿ ਇੱਕ ਗੱਲ ਦਾ ਯਾਨੀ ਕਿ ਪ੍ਰਗਟਾਵਾ ਕੀਤਾ। ਉਹ ਕਹਿੰਦੇ ਵੀ ਇੱਦੋਂ ਵੀ ਸਸਤਾ, ਉਹ ਇੱਦੋਂ ਵੀ ਸਸਤਾ ਕਿਹਨਾਂ ਦਾ ਵਿਕਦਾ, ਜਿਹੜੇ ਯਾਨੀ ਕਿ ਸਾਡੇ ਵਿੱਚ ਬਹੁਤ ਛੋਟੇ ਛੋਟੇ ਕਿਸਾਨ ਆ, ਕੋਈ ਠੇਕੇ ਤੇ ਲੈ ਕੇ ਯਾਨੀ ਕਿ ਬਾਹਰ ਆ, ਉਹਨਾਂ ਕੋਲ ਜਿਹੜਾ ਗੇਹੂੰ ਆ ਜਾਂ ਯਾਨੀ ਕਿ ਚਾਵਲ ਆ ਉਹ ਇੰਨੇ ਕੁ ਹੁੰਦੇ ਆ ਕਿ ਉਹ ਵੱਡੀ ਪੱਧਰ ਤੇ ਮੰਡੀ 'ਚ ਨਹੀਂ ਵੇਚ ਸਕਦੇ। ਉਹ ਆਪਣੀ ਰੋਟੀ ਰੋਜੀ ਜਾਣੀ ਤੋੜਨ ਦੇ ਲਈ ਉਹ ਦੁਕਾਨਾਂ ਦੇ ਵਿੱਚ ਜਦੋਂ ਵੇਚਦੇ ਆ, ਉਹ ਉਹਨਾਂ ਨੂੰ 900 ਰੁਪਈਆ ਵੀ ਨਹੀਂ ਮਿਲ ਰਿਹਾ। ਉਹ ਤਾਂ ਯਾਨੀ ਕਿ ਸਾਡੇ ਵਿੱਚ ਵੀ ਗੁਆਂਢ ਦੁਕਾਨ ਵਾਲੇ ਨੂੰ ਯਾਨੀ ਕਿ 4-4 5-500 ਰੁਪਈਏ ਤੇ ਯਾਨੀ ਕਿ ਉਹ ਵੇਚ ਰਹੇ ਆ। ਇਸ ਕਰਕੇ ਕਿਸਾਨ ਦੀ ਜਿਹੜੀ ਆ, ਗਰੀਬ ਕਿਸਾਨ ਦੀ ਵੱਡੇ ਨਾਲੋਂ ਵੀ ਬਹੁਤ ਜ਼ਿਆਦਾ ਯਾਨੀ ਕਿ ਲੁੱਟ ਹੋ ਰਹੀ ਆ, ਲੁੱਟ ਦਾ ਬਹੁਤ ਵੱਡੀ ਪੱਧਰ ਤੇ ਸ਼ਿਕਾਰ ਆ। ਇਸ ਕਰਕੇ ਜਿਹੜੇ ਬਿਹਾਰ ਦੇ ਲੋਕ ਆ, ਉਹ ਜਿਨ੍ਹਾਂ ਕੋਲ ਜ਼ਮੀਨ ਵੀ ਆ, ਉਹ ਵੀ ਆਪਣੀ ਜ਼ਮੀਨ ਤੋਂ ਯਾਨੀ ਕਿ ਆਪਣੀ ਰੋਟੀ ਨਹੀਂ ਕਮਾ ਸਕਦੇ। ਉਹਨਾਂ ਨੂੰ ਯਾਨੀ ਕਿ ਸਾਡੇ ਵਿੱਚ ਪੰਜਾਬ ਵਰਗੇ, ਹਰਿਆਣੇ ਵਰਗੇ ਹੋਰ ਥਾਵਾਂ ਤੇ ਆ ਕੇ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ। ਇਸ ਕਰਕੇ ਹੀ ਇਸ ਖਸਲਤ ਨੂੰ ਜਦੋਂ ਜਾਣ ਲਿਆ ਗਿਆ,
ਇਸ ਕਰਕੇ ਤੁਸੀਂ ਦੇਖੋਗੇ ਵੀ ਸੰਨਤੀ ਮਜ਼ਦੂਰ ਵੱਡੀ ਪੱਧਰ ਤੇ ਜਿਹੜੇ ਚੇਤਨ ਹੋ ਰਹੇ ਆ, ਤੇ ਗੜਗਾਉਂ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਇਸ ਸੰਘਰਸ਼ ਦੇ ਵਿੱਚ ਲਗਾਤਾਰ ਆਪਣਾ ਰੋਲ ਅਦਾ ਕਰਨਾ ਸ਼ੁਰੂ ਕੀਤਾ। ਇਸ ਕਰਕੇ ਜਿਹੜੇ ਪਿੰਡਾਂ ਦੇ ਮਜ਼ਦੂਰ ਵੀ ਆ ਉਹ ਵੀ ਚੇਤਨ ਹੋ ਕੇ ਇਨਕੇ ਆਏ ਹੈਗੇ ਆ। ਇਵੇਂ ਪਤਾ ਲੱਗਾ ਗਾਜੀਪੁਰ ਦੇ ਵਿੱਚ ਵੀ ਵੱਡੀ ਪੱਧਰ ਤੇ ਮਜ਼ਦੂਰ ਜਿਹੜੇ ਆ ਉਹ ਇਨਕੇ ਸ਼ਾਮਲ ਹੋਏ ਆ, ਤੇ ਉਹ ਸਿਰਫ ਇਨਕੇ ਜਾਤੀ ਪਾਤੀ ਦੇ ਬਖਰੇਵੇਂ ਕਰਕੇ ਉਹ ਪਿੱਛੇ ਰਹਿ ਰਹੇ ਆ। ਨਹੀਂ ਤਾਂ ਵੱਡੀ ਪੱਧਰ ਤੇ ਜਿਹੜੇ ਮਜ਼ਦੂਰ ਆ ਉਹ ਹੋ ਸਕਦਾ ਕਿ ਭਲਕ ਨੂੰ ਕਿਸਾਨਾਂ ਨਾਲ ਵੀ ਵੱਡੀ ਪੱਧਰ ਤੇ ਇੱਥੇ ਆਉਣ। ਇਸ ਕਰਕੇ ਅੱਜ ਜਿਹੜੀ ਸਾਂਝੀ ਜੰਗ ਆ ਉਹਨੂੰ ਲੜਨ ਲਈ ਸਾਨੂੰ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਹ ਦੇਸੀ ਵਿਦੇਸ਼ੀ ਲਟੇਰਿਆਂ ਦੇ ਖਿਲਾਫ ਤੇ ਮੋਦੀ ਦਾ ਜਿਹੜਾ ਫਾਸ਼ੀਵਾਦ ਆ ਉਹਦੇ ਖਿਲਾਫ ਸਾਨੂੰ ਲੜਨ ਲਈ ਇਕਜੁੱਟ ਹੋ ਜਾਣਾ ਚਾਹੀਦਾ। ਜੇ ਅਸੀਂ ਖਿਲਰੇ ਰਹੇ ਤੇ ਲਾਜ਼ਮੀ ਗੱਲ ਆ ਕਿ ਸਾਨੂੰ ਕੱਲਿਆਂ ਨੂੰ ਉਹਨਾਂ ਨੇ ਕੁੱਟਣ ਤੋਂ ਬਗੈਰ ਹੋਰ ਕੁਝ ਨਹੀਂ, ਸਾਡੇ ਪੱਲੇ ਉਹ ਹਾਰ ਦਾ ਮੂੰਹ ਦੇਖਣਾ ਪੈ ਸਕਦਾ। ਜਿੱਤ ਹਾਸਲ ਕਰਨ ਲਈ ਸਾਨੂੰ ਲਾਜ਼ਮੀ ਹੀ ਇੱਕਮਿਕ ਹੋਣਾ ਚਾਹੀਦਾ। ਇੱਥੇ ਮੈਂ ਇੱਕ ਗੱਲ ਹੋਰ ਜ਼ਰੂਰ ਸਪਸ਼ਟ ਕਰਨਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਗੁੱਸਾ ਹੈਗਾ, ਲੋਕ ਉੱਠਣਾ ਵੀ ਚਾਹੁੰਦੇ ਆ, ਇਹ ਰੋਕਾਂ ਵੀ ਪਈਆਂ। ਇਹ ਰੋਕਾਂ ਨੂੰ ਤੋੜਨ ਲਈ ਸਾਡੇ ਕੋਲ ਇੱਕ ਜੰਜੀਰ ਕਿੱਦਾਂ ਦੀ ਹੋਵੇ, ਜਿਹੜੀ ਜੰਜੀਰ ਸਾਰੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ, ਮਿਹਨਤ ਕਰਦੇ ਲੋਕਾਂ ਨੂੰ, ਲੁੱਟੇ ਪੁੱਟੇ ਲੋਕਾਂ ਨੂੰ ਇਕਜੁੱਟ ਕਰ ਦੇਵੇ। ਉਹ ਜਿਹੜੀ ਜੰਜੀਰ ਪੈਦਾ ਕਰਨ ਦਾ ਸਵਾਲ ਆ ਉਹ ਸਾਡੀ ਬਹੁਤ ਕਮਜ਼ੋਰ ਆ। ਇਹਦੇ ਲਈ ਮੈਂ ਅਪੀਲ ਕਰਦਾ ਮਜ਼ਦੂਰਾਂ ਚੋਂ ਵੀ, ਕਿਸਾਨਾਂ ਵਿੱਚੋਂ ਵੀ, ਵਿਦਿਆਰਥੀਆਂ ਵਿੱਚੋਂ ਵੀ, ਸਾਡੀਆਂ ਧੀਆਂ ਭੈਣਾਂ ਦੇ ਵਿੱਚੋਂ ਵੀ ਇੱਕ ਚੇਤਨ ਲੋਕਾਂ ਦੀਆਂ ਟੋਲੀਆਂ ਨਿਕਲਣੀਆਂ ਚਾਹੀਦੀਆਂ, ਜਿਹੜੀਆਂ ਸੱਚਾਈ ਨੂੰ ਲੋਕਾਂ ਸਾਹਮਣੇ ਰੱਖਣ, ਤਾਂ ਕਿ ਭਾਰਤ ਪੱਧਰ ਦੀ ਇਦਾਂ ਦੀ ਸੋਝੀ ਵਾਲੀ, ਉਦੋਂ ਵੀ ਵੱਧ ਮੈਂ ਜੇ ਕਹਾਂ ਵੀ ਭਗਤ ਸਿੰਘ ਦੀ ਸੋਝੀ ਵਾਲੀ, ਜੇ ਉਹ ਜੰਜੀਰ ਸਾਰੇ ਭਾਰਤ ਦੇ ਲੋਕਾਂ ਨੂੰ ਇੱਕ ਸਾਥ ਇਕੱਠਾ ਕਰਨ ਦੇ ਵਿੱਚ ਕਾਮਯਾਬ ਹੋਊਗੀ, ਤਾਂ ਅਸਲ ਦੇ ਵਿੱਚ ਸਾਡੇ ਸੰਘਰਸ਼ ਦੀ ਜਿਹੜੀ ਜਿੱਤ ਆ ਉਹ 100% ਇਤਿਹਾਸ ਦੇ ਵਿੱਚ ਲਿਖੀ ਜਾਊਗੀ। ਇਹ ਮੇਰੀ ਅਪੀਲ ਆ ਵੀ ਘੱਟੋ ਘੱਟ ਆਪਾਂ ਉਦੋਂ ਦੀ ਜੰਜੀਰ ਜਿਹੜੀ ਆ ਉਹ ਪੈਦਾ ਕਰੀਏ, ਤਾਂ ਕਿ ਅਸੀਂ ਇਕਮੁੱਠ ਹੋ ਕੇ ਅੱਗੇ ਹੋਰ ਵਧੀਏ। ਸੋ ਇਹ ਸਨ ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੇ ਆਗੂ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਮਜ਼ਦੂਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਅੰਦੋਲਨ ਦਾ ਹਿੱਸਾ ਬਣੀਏ ਵੱਧ ਚੜ੍ਹ ਕੇ, ਤੇ ਇਨਕਲਾਬੀ ਰਾਹ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਰਾਹ ਦੇ ਹਾਣੀ ਬਣ ਕੇ ਹੀ ਆਪਾਂ ਜਿਹੜਾ ਆ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸਕਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿੰਦਰਪਾਲ ਸਿੰਘ, ਕੈਮਰਾਮੈਨ ਅਮਰੀਕ ਸਿੰਘ ਦੇ ਨਾਲ ਟਿੱਕਰੀ ਬਾਰਡਰ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ, ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ। Facebook ਯੂਜ਼ਰ ਜੁਝਾਰ ਟਾਈਮ